ਅਸੀਂ ਪਾਰਲੀਮੈਂਟ ਘੇਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਤੇ ਸਰਕਾਰ ਨੂੰ ਵਾਰਨ ਕਰਦਾ ਕਿ ਆਪਰੇਸ਼ਨ ਕਲੀਨ ਦੀ ਨਾ ਸੋਚੋ, ਜੋ ਅਸੀਂ ਮੰਤਰੀਆਂ ਨੂੰ ਕਲੀਨ ਕਰਨ ਵਾਲੇ ਆ ਉਹਦੀ ਸੋਚੋ, ਆਪਣੀ ਰਕਸ਼ਾ ਦੀ ਸੋਚੋ, ਸਾਡੀ ਨਾ ਸੋਚੋ ਅਸੀਂ ਕਫਲ ਬੰਨ ਕੇ ਆਏ ਹੋਏ ਹਾਂ। ਕਿਸ ਕਾਨੂੰਨ ਦੀ ਗੱਲ ਕਰਦੇ ਔਰ ਕੌਣ ਕਰ ਰਿਹਾ? ਜਿਨ੍ਹਾਂ ਕੋਲ ਕਾਨੂੰਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਉਹਨਾਂ ਦਾ ਕਾਨੂੰਨ ਅਸੀਂ ਕਿਉਂ ਮੰਨਾਂਗੇ? ਕੋਈ ਆਵਾਮ ਦਾ ਇੱਕ ਬੰਦਾ ਨਹੀਂ ਕਹਿ ਸਕਦਾ ਕਿ ਸਾਡਾ ਇਹਨਾਂ ਨੇ ਨੁਕਸਾਨ ਕੀਤਾ। 10 ਲੱਖ ਦਾ ਇਕੱਠ ਲਾਲ ਕਿਲੇ 'ਚ ਜਾ ਵੜਿਆ ਹੋਵੇ, ਉਹ ਵੀ ਜਿਹੜਾ ਵਾ ਬਾਗੀ ਹੋ ਕੇ ਸਾਡੇ ਲੀਡਰਾਂ ਤੋਂ, ਸਾਡੇ ਆਗੂਆਂ ਤੋਂ, ਸਾਡੇ ਤੋਂ ਆਕੀ ਹੋ ਕੇ ਚਲੇ ਗਏ ਲੋਕ, ਪਰ ਉਹਨਾਂ ਨੇ ਫਿਰ ਵੀ ਕੋਈ ਨੁਕਸਾਨ ਨਹੀਂ ਕਰਿਆ। ਤੇ ਇਹਦੋਂ ਵੱਧ ਕਾਨੂੰਨ ਦੀ ਰਕਸ਼ਾ ਔਰ ਕਾਨੂੰਨ ਨੂੰ ਮੰਨਣ ਵਾਲੇ ਹੋਰ ਕੌਣ ਹੋਣਗੇ? ਸਰਕਾਰ ਤਾਂ ਸਿਰਫ ਇੱਕ ਦਬਕਾ ਮਾਰਦੀ ਹੈ। ਤਾਂ ਮੈਂ ਕਹਿੰਦਾ ਕਿ ਸਾਡੇ ਲੀਡਰ ਉਹਨੇ ਨਾਲ ਹੀ ਦੱਬ ਜਾਂਦੇ ਨੇ। ਅਸੀਂ ਉੱਥੇ ਪਰੇਡ ਦੇ ਉੱਤੇ ਗਏ ਹਾਂ, ਸਾਨੂੰ ਕੀ ਫਾਂਸੀ ਲੱਗੀ ਆ ਹੁਣ ਤੱਕ? ਜਦੋਂ ਚਰਮ ਸੀਮਾ ਤੇ ਸੀ ਉਦੋਂ ਅਸੀਂ ਇੱਥੇ ਆਏ ਤੇ ਕਰੋਨਾ ਗੁਜਰਾਤ ਭੱਜ ਗਿਆ। ਫਿਰ ਸਾਨੂੰ ਕਰੋਨਾ ਲੱਭਦੇ ਲੱਭਦੇ ਅਸੀਂ ਗੁਜਰਾਤ ਚਲੇ ਗਏ, ਉਹ ਉੱਤਰਾਖੰਡ 'ਚ ਆ ਗਿਆ। ਅਸੀਂ ਉੱਤਰਾਖੰਡ ਗਏ ਕਿ ਆਏ ਪਰਸੋਂ ਚੌਥੇ ਤੇ ਕਰੋਨਾ ਦਿੱਲੀ ਜਾਣ ਵੜਿਆ। ਜਦੋਂ ਅਸੀਂ ਧਰਨੇ ਤੇ ਆਏ ਕਰੋਨਾ ਦੌੜ ਗਿਆ ਇੱਥੋਂ। ਕਰੋਨਾ ਸੂ ਮੰਤਰ ਹੋ ਜਾਂਦਾ ਹੈ। ਇਹ ਕਿੱਦਾਂ ਦੀ ਗੱਲ ਹੈ ਵੀ ਕਰੋਨਾ ਸਾਡੇ ਤੋਂ ਅੱਗੇ ਅੱਗੇ ਭੱਜਦਾ? ਉਹ ਕਿਹੜਾ ਕਰੋਨਾ ਜਿਹੜਾ ਕਿਸਾਨਾਂ ਨੂੰ ਵੇਖ ਕੇ ਦੌੜ ਰਿਹਾ? FIR ਨਹੀਂ ਜੀ, ਉਹ ਤਾਂ ਤੋਪ ਵੀਰ ਲੈਣ, ਗੋਲੀ ਚਲਾਉਣ ਸਾਡੇ ਤੇ। ਅਸੀਂ ਮਾਰ ਕੇ ਆਏ ਹੋਏ ਹਾਂ, ਆਪਣੇ ਆਪ ਨੂੰ ਕਫਨ ਬੰਨ ਕੇ ਆਏ ਹੋਏ ਹਾਂ। ਅਸੀਂ ਆਪਣੇ ਘਰਾਂ 'ਚ ਕਹਿ ਕੇ ਆਏ ਹੋਏ ਹਾਂ ਜਾਂ ਤਾਂ ਖਬਰ ਖਾਸ ਆਊਗੀ ਜਾਂ ਸਾਡੀ ਲਾਸ਼ ਆਊਗੀ। ਇੱਥੇ ਸਾਡੇ ਵਾਸਤੇ ਤਾਂ ਅਸੀਂ ਡੂ ਐਂਡ ਡਾਈ ਵਾਲਾ ਕੰਮ ਹੈ। पंजाब न्यूज़ देख रहे सारे ही देश के दर्शकों का मैं हरजीत कौर स्वागत कर। दर्शकों, जिथे तुसीं देखिया कि साडे कई किसान आगूआं वल्लों दौरे किए जा रहे हैं, जिथे झारखंड, यूपी, उत्तराखंड दे विच भी जा रहे हैं। साडे नाल राष्ट्रीय किसान संगठन के प्रेजिडेंट ने जिहड़े कि अमरजीत सिंह उद्धोवाली समय समय ते सानू किसानी अंदोलन की अपडेट भी देंदे रहिंदे ने। स्वागत करदे इन्हां दा पंजाब न्यूज़ दे। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਅਮਰਜੀਤ ਸਿੰਘ ਜੀ, ਪਹਿਲਾਂ ਤਾਂ ਤੁਸੀਂ ਝਾਰਖੰਡ, ਯੂਪੀ, ਉੱਤਰਾਖੰਡ ਦੇ ਵਿੱਚ ਜਾ ਕੇ ਆਏ ਹੋ, ਤਾਂ ਕੀ ਲੱਗਦਾ ਕਿ ਉੱਥੇ ਲੋਕਾਂ ਦੀ ਸੋਚ ਕੀ ਹੈ? ਕਿਸਾਨੀ ਅੰਦੋਲਨ ਦੇ ਪ੍ਰਤੀ ਕਿੰਨੇ ਕੁ ਚਿੰਤਤ ਨੇ? ਦੇਖੋ, ਜਿਹੜਾ ਐਕਸਪੋਜ਼ ਕੀਤਾ ਗਿਆ ਸੀ ਉਹ ਇਹ ਸੀਗਾ ਕਿ ਕਿਸਾਨਾਂ ਦੀ ਜ਼ਮੀਨ ਜਾਂਦੀ ਹੈ ਔਰ ਕਿਸਾਨ ਤਾਂ ਕਰਕੇ ਜਿਹੜੇ ਨੇ ਉਹ ਜ਼ਿਆਦਾ ਤੜਫਦੇ ਨੇ। ਹੁਣ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਜ਼ਮੀਨ ਨਹੀਂ ਜਾਂਦੀ, ਇਹ ਲੜਾਈ ਜ਼ਮੀਨ ਦੀ ਨਹੀਂ ਹੈ, ਲੜਾਈ ਅਨਾਜ ਦੀ ਹੈ। ਲੜਾਈ ਉਸ ਅਨਾਜ ਦੀ ਆ ਜਿਹਨੂੰ ਡੰਪ ਕੀਤਾ ਜਾਣ ਵਾਲਾ ਹੈ, ਸਟੋਰ ਕੀਤਾ ਜਾਣ ਵਾਲਾ। ਅਸੀਂ ਤਾਂ ਉਸ ਚੀਜ਼ ਨੂੰ ਰੋਕਦੇ ਹਾਂ। ਅਸੀਂ ਆਪਣਾ ਇਹ ਸਾਰਾ ਕੁਝ ਐਕਸਪੋਜ਼ ਕਰਕੇ ਲੋਕਾਂ ਨੂੰ ਦੱਸਿਆ, ਸਮਝਾਇਆ। ਔਰ ਜਿਹੜਾ ਪਬਲਿਕ ਦਾ ਆਕਰੋਸ਼ ਹੈ ਉਹ ਕਿਸੇ ਸਰਕਾਰ ਤੇ ਹੋਵੇ ਤਾਂ ਸਰਕਾਰ ਦੇ ਵਿੱਚ ਕੌਣ ਕੌਣ ਹੈ ਪਤਾ ਨਹੀਂ ਚੱਲਦਾ। ਪਬਲਿਕ ਦਾ ਆਕਰੋਸ਼ ਸਿੱਧਾ ਮੰਤਰੀਆਂ ਤੇ ਹੈ, ਭਾਵੇਂ ਉਹ ਮੰਤਰੀ ਕਾਂਗਰਸ ਦੇ ਨੇ, ਭਾਵੇਂ ਉਹ ਅਕਾਲੀ ਦਲ ਦੇ ਨੇ, BJP ਦੇ ਨੇ ਜਾਂ ਕੋਈ ਵੀ ਨੇ, ਐਨੀਥਿੰਗ। ਪਰ ਉਹਨਾਂ ਨੂੰ ਲੋਕ ਚੰਗਾ ਨਹੀਂ ਸਮਝਦੇ। ਅਸੀਂ ਜਿੱਥੇ ਵੀ ਗਏ ਹਾਂ ਆਪਣੀ ਗੱਲ ਨੂੰ ਰੱਖਿਆ ਜਾ ਕੇ। ਅਸੀਂ ਤਾਂ ਜਾਂਦੇ ਹਾਂ, ਆਪਣੇ ਸੰਗਠਨ ਦੇ ਵਿੱਚ ਜਾਂਦੇ ਹਾਂ, ਆਪਣੇ ਸੰਗਠਨ ਦੇ ਮੁਤਾਬਕ ਲੋਕਾਂ ਨੂੰ ਇਕੱਤਰ ਕਰਦੇ ਹਾਂ। ਪਹਿਲਾਂ ਅਸੀਂ ਮਹਾਂਪੰਚਾਇਤਾਂ ਕਰਦੇ ਸੀ, ਵੱਡੀਆਂ ਰੈਲੀਆਂ। ਕੋਈ ਲੋਕ ਸੁਣਦੇ ਸੀ, ਕਿਸੇ ਦੀ ਸਮਝ ਆਉਂਦਾ ਸੀ, ਕਿਸੇ ਦੀ ਸਮਝ ਨਹੀਂ ਸੀ ਆਉਂਦਾ, ਇੱਕ ਮੇਲਾ ਟਾਈਪ ਬਣ ਜਾਂਦਾ ਸੀ ਤੇ ਉਹ ਲੋਕ ਚਲੇ ਜਾਂਦੇ ਸੀ। ਅਸੀਂ ਇਹ ਸੋਚਿਆ ਕਿ ਰੈਲੀਆਂ ਕਰਨ ਦਾ, ਐਡੇ ਵੱਡੇ ਮਹਾਂਪੰਚਾਇਤਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਸ ਹਿਸਾਬ ਦੇ ਨਾਲ ਮੀਟਿੰਗਾਂ ਕੀਤੀਆਂ ਜਾਣ ਕਿ 10 ਪਿੰਡ ਇਕੱਠੇ ਕਰ ਲਏ ਜਾਣ ਜਾਂ 2 ਸ਼ਹਿਰ ਇਕੱਠੇ ਕਰ ਲਏ ਜਾਣ। 2 ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੱਖ ਕੇ ਤੇ ਉਹਨਾਂ ਨੂੰ ਅਸੀਂ ਬਿਨਾਂ ਕਿਸੇ ਮੀਡੀਆ 'ਚ ਆਇਆ, ਬਿਨਾਂ ਆਪਣੇ ਪੇਜਾਂ ਤੋਂ ਉਹ ਕੀਤੀਆਂ, ਬਿਨਾਂ ਫੋਟੋਆਂ ਖਿੱਚੀਆਂ, ਬਿਨਾਂ ਫੇਸਬੁੱਕ ਤੇ ਆ ਕੇ ਅਸੀਂ ਲੋਕਾਂ ਦੇ ਵਿੱਚ ਵਿਚੜ ਕੇ ਲੋਕਾਂ ਨੂੰ ਦੱਸਿਆ। ਆਪਣੇ ਮੋਬਾਈਲ ਵੀ ਅਸੀਂ ਬੰਦ ਕਰਕੇ ਸਾਈਡਾਂ ਦੇ ਉੱਤੇ ਰੱਖ ਦਿੱਤੇ ਕਿ ਲੋਕਾਂ ਦੇ ਵੀ ਦਿਖਾਏ ਤਾਂ ਕਿ ਉਹ ਸਾਡੀ ਗੱਲ ਨੂੰ ਧਿਆਨ ਨਾਲ ਸੁਣਨ। ਉੱਥੇ ਜਾ ਕੇ ਸਾਨੂੰ ਜਦੋਂ ਅਸੀਂ ਅਪਡੇਟ ਰਾਤ ਨੂੰ ਦੇਖਿਆ ਤੇ ਸਾਨੂੰ ਝਾਰਖੰਡ ਤੋਂ ਹੀ ਪਤਾ ਲੱਗ ਗਿਆ ਜੀ ਸਾਡਾ ਜਿਹੜਾ ਇੱਥੇ ਦਾ ਪ੍ਰੋਗਰਾਮ ਹੈ ਉਹ ਸਰਕਾਰ ਨੇ ਐਲਾਨ ਕੀਤਾ ਹੈ ਆਪਰੇਸ਼ਨ ਕਲੀਨ। ਔਰ ਆਪਰੇਸ਼ਨ ਕਲੀਨ ਦਾ ਐਲਾਨ ਹੁੰਦਿਆਂ ਸਾਰੀ ਕਿ ਸਾਡੇ ਸੰਯੁਕਤ ਮੋਰਚੇ ਨੇ ਅੱਗੋਂ ਆਪਣਾ ਪ੍ਰੋਗਰਾਮ ਜਿਹੜਾ ਵਾ ਉਹ ਰੱਦ ਕਰ ਦਿੱਤਾ। ਸਾਨੂੰ ਉੱਥੇ ਇੱਕ ਅਚੰਭਾ ਹੋ ਗਿਆ ਕਿ ਜਿਸ ਪ੍ਰੋਗਰਾਮ ਦੇ ਤਹਿਤ ਅਸੀਂ ਐਡੀ ਦੂਰ ਤੱਕ ਆਏ ਹਾਂ, ਚੱਲ ਕੇ ਸਟੇਟਾਂ ਦੇ ਵਿੱਚ ਆਪਣੇ ਸੰਗਠਨ ਨੂੰ ਮਤਲਬ ਕਰ ਰਹੇ ਹਾਂ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਹਾਂ ਕਿ ਤੁਸੀਂ ਉੱਥੇ ਆਓ, ਅਸੀਂ ਪਾਰਲੀਮੈਂਟ ਨੂੰ ਘੇਰਨਾ ਹੈ। ਹੋ ਸਕਦਾ ਹੈ ਕਿ ਪਾਰਲੀਮੈਂਟ ਦੇ ਨਾਲ ਅਸੀਂ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਦਾ ਘਰਾਓ ਵੀ ਕਰ ਲਈਏ, ਮੰਤਰੀਆਂ ਦਾ ਵੀ ਕਰ ਲਈਏ, ਪ੍ਰਧਾਨ ਮੰਤਰੀ ਦੇ ਘਰ ਦਾ ਹੀ ਘਰਾਓ ਕਰ ਲਈਏ। ਤਾਂ ਉਹਦੇ ਲਈ ਕਿਸਾਨੀ ਅੰਦੋਲਨ ਵੀ ਤਿੱਖਾ ਕਰਨਾ ਚਾਹੀਦਾ ਸੀ। ਔਰ ਉਹਦੇ ਤੋਂ ਪਤਾ ਲੱਗਿਆ ਤੇ ਥੋੜ੍ਹਾ ਜਿਹਾ ਲੱਗਿਆ ਵੀ ਨਹੀਂ ਇਹ ਗਲਤ ਹੈ। ਫਿਰ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਵੀ ਤੁਸੀਂ ਇਹ ਸਭ ਕੁਝ ਕਿਉਂ ਕਰ ਰਹੇ ਹੋ। ਫਿਰ 1-2 ਜਥੇਬੰਦੀਆਂ ਹੋਰ ਸੀ, ਉਹਨਾਂ ਦੀ ਸਟੇਟਮੈਂਟ ਵੀ ਆਈ ਵੀ ਸੰਯੁਕਤ ਮੋਰਚੇ ਨੂੰ ਇਸ ਗੱਲ ਦੇ ਉੱਤੇ ਦੁਬਾਰਾ ਸੋਚ ਲੈਣਾ ਚਾਹੀਦਾ। ਪਰ ਮੈਂ ਆਪਣੇ ਵੱਲੋਂ ਔਰ ਜਿਹੜੇ ਮੇਰੇ ਨਾਲ ਸੰਗਠਨ ਹੋਰ ਸਾਥ ਦੇ ਰਹੇ ਉਹਨਾਂ ਵੱਲੋਂ ਇਹ ਗੱਲ ਕਹਿੰਦੇ ਕਿ ਸੰਯੁਕਤ ਮੋਰਚਾ ਜਾਵੇ ਜਾਂ ਨਾ ਜਾਵੇ। ਜਿਵੇਂ ਪਹਿਲਾਂ 26 ਜਨਵਰੀ ਨੂੰ ਆਊਟਰ ਰਿੰਗ ਰੋਡ ਦੀ ਆਵਾਜ਼ ਸੀਗੀ, ਸੰਯੁਕਤ ਮੋਰਚਾ ਨਹੀਂ ਗਿਆ ਤਾਂ ਕੀ ਅਸੀਂ ਗਏ ਨਹੀਂ? ਅਸੀਂ ਗਏ ਸੀ। ਅਸੀਂ ਆਊਟਰ ਰਿੰਗ ਰੋਡ ਤੇ ਪ੍ਰੋਪਰ ਜਿਹੜਾ ਅਸੀਂ ਮਜਨੂ ਟਿੱਲਾ ਤੋਂ ਰਾਜਘਾਟ ਵਾਲੇ ਪੁਲ ਤੋਂ ਵਾਪਸ ਆਏ ਸੀ। ਅਸੀਂ ਆਪਣਾ ਜੋ ਐਲਾਨ ਕੀਤਾ ਹੋਇਆ ਸੀ ਉਹ ਪੂਰਾ ਕੀਤਾ ਸੀ ਔਰ ਗਾਂਹ ਵੀ ਕਰਾਂਗੇ। ਅਸੀਂ ਪਾਰਲੀਮੈਂਟ ਘੇਰਾਂਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਤੇ ਸਰਕਾਰ ਨੂੰ ਵਾਰਨ ਕਰਦਾ ਕਿ ਆਪਰੇਸ਼ਨ ਕਲੀਨ ਦੀ ਨਾ ਸੋਚੋ, ਜੋ ਅਸੀਂ ਮੰਤਰੀਆਂ ਨੂੰ ਕਲੀਨ ਕਰਨ ਵਾਲੇ ਆ ਉਹਦੀ ਸੋਚੋ, ਆਪਣੀ ਰਕਸ਼ਾ ਦੀ ਸੋਚੋ, ਸਾਡੀ ਨਾ ਸੋਚੋ ਅਸੀਂ ਕਫਲ ਬੰਨ ਕੇ ਆਏ ਹੋਏ ਹਾਂ। ਪਰ ਜਿਸ ਤਰ੍ਹਾਂ ਆਪਣਾ ਦਿੱਲੀ 'ਚ ਲਾਕਡਾਊਨ ਹੋ ਚੁੱਕਾ, ਲੱਗਦਾ ਕਿ ਹੁਣ ਤੁਸੀਂ ਸੰਸਦ ਮਾਰਚ ਕਰੋਗੇ ਤਾਂ ਕੀ ਲੱਗਦਾ ਕਿ ਪਹਿਲਾਂ ਹੀ ਲਾਕਡਾਊਨ ਹੋ ਚੁੱਕਾ? ਕਿੰਨਾ ਲਈ ਤੁਸੀਂ ਸੰਸਦ ਮਾਰਚ ਕਰੋਗੇ? ਦੇਖੋ, ਲਾਕਡਾਊਨ ਹੋਇਆ ਹੈ, ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ, ਨਾ ਅਸੀਂ ਕਰਨੀ ਚਾਹੁੰਦੇ ਹਾਂ। ਪਰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਕਿਸ ਕਾਨੂੰਨ ਦੀ, ਔਰ ਕਾਨੂੰਨ ਉਹ ਜਿਹੜਾ ਪਾਸ ਕੌਣ ਕਰ ਰਿਹਾ?
ਅਸੀਂ ਉਸ ਚੀਜ਼ ਨੂੰ ਦੇਖਦੇ ਹਾਂ ਨਾ। ਇੱਥੋਂ ਤੱਕ ਆਏ ਆ ਤੇ ਲੋਕਡਾਊਨ ਘੱਟ ਸੀਗਾ, ਐਡੀ ਐਡੀ ਵੱਡੀ ਬੈਰੀਗੇਟਿੰਗ ਜਿਹਨੂੰ ਅੱਜ ਤੱਕ ਲੋਕਾਂ ਨੇ ਸੰਭੂ ਬੈਰੀਅਰ ਸੁਣਿਆ, ਗਾਜੀਪੁਰ ਬੈਰੀਅਰ ਸੁਣਿਆ, ਜਿਹਨੂੰ ਅੱਜ ਤੱਕ ਸਿੰਘੂ ਬੈਰੀਅਰ ਸੁਣਿਆ, ਜਿਹਨੂੰ ਅੱਜ ਤੱਕ ਪਲਵਲ ਬੈਰੀਅਰ ਸੁਣਿਆ, ਅੱਜ ਉਹ ਬਾਰਡਰ ਬਣ ਗਏ ਨੇ। ਅੱਜ ਅਸੀਂ ਕਹੀਏ ਕਿ ਭਾਰਤ ਦੇਸ਼ ਦੇ ਇੰਨੇ ਹਿੱਸੇ ਨੇ ਕਿ ਵੱਖੋ-ਵੱਖ ਬਾਰਡਰ ਨੇ। ਬਾਰਡਰ ਕਿਉਂ? ਉਹ ਤਾਂ ਬੈਰੀਗੇਟ ਸੀਗੇ, ਉਹਨਾਂ ਨੂੰ ਬੈਰੀਗੇਟ ਹੀ ਰਹਿਣਾ ਚਾਹੀਦਾ ਸੀ। ਕਿਸ ਕਾਨੂੰਨ ਦੀ ਗੱਲ ਕਰਦੇ ਔਰ ਕੌਣ ਕਰ ਰਿਹਾ? ਜਿਨ੍ਹਾਂ ਕੋਲ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ, ਉਹਨਾਂ ਦਾ ਕਾਨੂੰਨ ਅਸੀਂ ਕਿਉਂ ਮੰਨਾਂਗੇ? ਅਸੀਂ ਕਾਨੂੰਨ ਵਾਸਤੇ ਹੀ ਉਹਨਾਂ ਨੂੰ ਬਿਠਾਇਆ ਸੀ, ਕਾਨੂੰਨ ਨੂੰ ਫਾਲੋ ਕਰਦੇ ਸੀ। ਕਾਨੂੰਨ ਦੇ ਇੱਕ ਵੀ ਪੱਖ ਦੇ ਵਿੱਚ ਜਾ ਕੇ ਅਸੀਂ ਕੰਮ ਨਹੀਂ ਸੀ ਕੋਈ ਕਰਦੇ। ਬੇਸ਼ੱਕ 26 ਜਨਵਰੀ ਨੂੰ ਆਊਟਰ ਰਿੰਗ ਰੋਡ ਤੇ ਗਏ ਆ, ਸਾਡਾ ਨੁਕਸਾਨ ਹੋਇਆ, ਸਾਡੇ ਸਾਥੀ ਮਰੇ ਨੇ, ਸਾਡੇ ਸਾਥੀ ਜੇਲ੍ਹਾਂ ਦੇ ਵਿੱਚ ਨੇ। ਕੋਈ ਆਵਾਮ ਦਾ ਇੱਕ ਬੰਦਾ ਨਹੀਂ ਕਹਿ ਸਕਦਾ ਕਿ ਸਾਡਾ ਇਹਨਾਂ ਨੇ ਨੁਕਸਾਨ ਕੀਤਾ। 10 ਲੱਖ ਦਾ ਇਕੱਠ ਲਾਲ ਕਿਲ੍ਹੇ 'ਚ ਜਾ ਵੜਿਆ ਹੋਵੇ, ਉਹ ਵੀ ਜਿਹੜਾ ਵਾ ਬਾਗੀ ਹੋ ਕੇ ਸਾਡੇ ਲੀਡਰਾਂ ਤੋਂ, ਸਾਡੇ ਆਗੂਆਂ ਤੋਂ, ਸਾਡੇ ਤੋਂ ਆਕੀ ਹੋ ਕੇ ਚਲੇ ਗਏ ਲੋਕ, ਪਰ ਉਹਨਾਂ ਨੇ ਫਿਰ ਵੀ ਕੋਈ ਨੁਕਸਾਨ ਨਹੀਂ ਕਰਿਆ। ਤੇ ਇਹਦੋਂ ਵੱਧ ਕਾਨੂੰਨ ਦੀ ਰੱਖਿਆ ਔਰ ਕਾਨੂੰਨ ਨੂੰ ਮੰਨਣ ਵਾਲੇ ਹੋਰ ਕੌਣ ਹੋਣਗੇ? ਇਹ ਤਾਂ ਨਹੀਂ ਹੈ ਜਿਹੜੇ ਪਾਰਲੀਮੈਂਟ 'ਚ ਬੈਠੇ ਹੋਏ ਆ ਕਿ ਉਹ ਕਾਨੂੰਨਾਂ ਨੂੰ ਮੰਨਦੇ ਨੇ। ਅਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ। ਪਾਰਲੀਮੈਂਟ 'ਚ ਬੈਠੇ ਹੋ ਜਾ ਕੇ ਸੁੱਤੇ ਹੁੰਦੇ ਨੇ, ਪਾਰਲੀਮੈਂਟ 'ਚ ਬੈਠੇ ਹੋ ਜਾ ਕੇ ਉਹ ਅੱਧੀਆਂ ਗੰਦੀਆਂ ਮੰਦੀਆਂ ਵੀਡੀਓ ਦੇਖਦੇ ਨੇ, ਵਾਇਰਲ ਹੋਈਆਂ ਨੇ, ਸਾਰੇ ਲੋਕਾਂ ਨੇ ਵੇਖਿਆ। ਉਹਨਾਂ ਲੋਕਾਂ ਦੇ ਕਾਨੂੰਨਾਂ ਨੂੰ ਮੰਨਾਂਗੇ ਅਸੀਂ? ਕਾਨੂੰਨ ਤੇ ਅਸੀਂ ਸਿਖਾਉਣ ਆਏ ਆ, ਇਹਨਾਂ ਨੂੰ ਸਿਖਾਵਾਂਗੇ ਕਾਨੂੰਨ ਕੀ ਹੈ। ਜੀ ਅਮਰਜੀਤ ਸਿੰਘ ਜੀ, ਜਿਸ ਹਿਸਾਬ ਨਾਲ ਤੁਸੀਂ ਦੇਖਿਆ ਕਿ ਹੁਣ ਸੰਸਦ ਮਾਰਚ ਜਿਹੜਾ ਕਿ ਪੋਸਟਪੋਨ ਕੀਤਾ ਜਾ ਰਿਹਾ ਹੈਗਾ, ਆਗੂਆਂ ਵੱਲੋਂ ਇਸ ਤਰ੍ਹਾਂ ਦੇ ਆਪਾਂ ਕਹਿ ਸਕਦੇ ਕਿ ਪਹਿਲਾਂ ਬਿਆਨ ਦੇ ਦੇਣੇ ਤੇ ਬਾਅਦ ਵਿੱਚ ਪਿੱਛੇ ਹੱਥ ਖਿੱਚ ਲੈਣਾ, ਤਾਂ ਲੱਗਦਾ ਨਹੀਂ ਕਿਤੇ ਨਾ ਕਿਤੇ ਕਿਸਾਨਾਂ ਦੀ ਜਿਹੜੀ ਭਰੋਸਗੀ ਹੈਗੀ ਆ ਉਹ ਵੀ ਨਿਰਾਸ਼ ਹੋ ਸਕਦੇ ਨੇ, ਕਿਉਂਕਿ ਲੋਕ ਆਉਂਦੇ ਨੇ ਕਿ ਅਸੀਂ ਅੱਗੇ ਪ੍ਰੋਗਰਾਮ ਦਿੱਤਾ ਜਾ ਰਹੇ ਹਾਂ, ਪਰ ਜਦੋਂ ਪਤਾ ਲੱਗਦਾ ਕਿ ਨਹੀਂ ਹੋ ਰਿਹਾ ਤਾਂ ਉਹਨਾਂ 'ਚ ਨਿਰਾਸ਼ਤਾ ਪੈਦਾ ਹੁੰਦੀ ਹੈ। ਦੇਖੋ 26 ਜਨਵਰੀ ਤੋਂ ਹੁਣ ਤੱਕ ਨਿਰਾਸ਼ਾ ਹੀ ਹੋਈ ਆ, ਔਰ ਨਿਰਾਸ਼ਾ ਮੈਂ ਬਾਰ-ਬਾਰ ਇਹ ਗੱਲ ਕਹੀ ਆ ਸਾਡੇ ਸਟੈਂਡ ਕਰਕੇ ਹੋਈ ਆ। ਹਾਲਾਂਕਿ ਮੈਂ ਆਪਣੇ ਆਪ ਨੂੰ ਇਨਕਲੂਡ ਕਰਦਾ ਹਾਂ ਵਿੱਚ ਕਿ ਸਾਡਾ ਸਟੈਂਡ ਬੋਲਦਾ ਤਾਂ ਆਪਣੇ ਆਪ ਨੂੰ ਇਨਕਲੂਡ ਕਰ, ਜਦ ਕਿ ਅਸੀਂ ਉਸ ਸਟੈਂਡ ਵਿੱਚ ਨਹੀਂ ਸੀ। ਅਗਰ ਸਾਡਾ ਆਊਟਰ ਰਿੰਗ ਰੋਡ ਦਾ ਐਲਾਨ ਸੀ ਤਾਂ ਅਸੀਂ ਆਊਟਰ ਰਿੰਗ ਰੋਡ ਤੇ ਗਏ ਆ। ਅਸੀਂ ਤਾਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਈ ਦੰਗਾ ਥੋੜੀ ਨਾ ਕਰਦੇ ਅਸੀਂ ਜਾ ਕੇ। ਅਸੀਂ ਤਾਂ ਉੱਥੇ ਪਰੇਡ ਹੀ ਕੀਤੀ ਆ, ਕੋਈ ਜੋ ਪਰੇਡ ਦਾ ਅਸੀਂ ਪਹਿਲਾਂ ਕਿਹਾ ਹੋਇਆ ਸੀ। ਸਰਕਾਰ ਦੀ ਮੀਟਿੰਗ ਵਿੱਚ ਵੀ ਮੈਂ ਗਿਆ ਹੋਇਆ ਸੀਗਾ, ਜਿੱਥੇ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਰੋਡ ਦੇ ਮੈਪ ਵਾਸਤੇ ਤੇ ਕਿਹਾ ਸੀ ਅਸੀਂ ਆਊਟਰ ਰਿੰਗ ਰੋਡ ਜੀ ਸੈਲਫ ਪ੍ਰੋਟੈਕਸ਼ਨ ਵਾਸਤੇ ਰੱਖਣਾ। ਤਾਂ ਮੈਂ ਕਿਹਾ ਸੀ ਜੋ ਰੋਡ ਪਰੇਡ ਵਾਸਤੇ ਹੈ ਉਹ ਤੁਸੀਂ ਪ੍ਰੈਕਟਿਸ ਵਾਸਤੇ ਕਰ ਲਓ, ਆਊਟਰ ਰਿੰਗ ਸਾਈਡ ਨੂੰ ਦੇ ਦਿਓ। ਸਾਨੂੰ ਪਰੇਡ ਵਾਸਤੇ ਰੋਡ ਦੇ ਰਹੇ ਹੋ ਨਾ, ਉਹ ਆਪਣੀ ਸੈਲਫ ਪ੍ਰੋਟੈਕਸ਼ਨ ਵਾਸਤੇ ਤੁਸੀਂ ਕਰ ਲਓ, ਔਰ ਆਊਟਰ ਰਿੰਗ ਸਾਨੂੰ ਆਊਟਰ ਰਿੰਗ ਰੋਡ ਜਿਹੜਾ ਉਹ ਸਾਨੂੰ ਦੇ ਦਿਓ। ਉੱਥੇ ਵੀ ਜਿਹੜੀ ਸਰਕਾਰ ਨਹੀਂ ਮੰਨ ਰਹੀ, ਸਰਕਾਰ ਦਾ ਤੇ ਮਤਲਬ ਸੀ ਉਗਰਪਾਤ ਕਰਵਾਉਣਾ, ਉਹ ਆਪਣੇ ਕੰਮ 'ਚ ਫੇਲ ਹੋਈ ਆ ਹੁਣ ਤੱਕ। ਸਰਕਾਰ ਤਾਂ ਸਿਰਫ ਇੱਕ ਦਬਕਾ ਮਾਰਦੀ ਹੈ, ਤਾਂ ਮੈਂ ਕਹਿੰਦਾ ਕਿ ਸਾਡੇ ਲੀਡਰ ਹੋਣੇ ਨਾਲ ਹੀ ਦਬ ਜਾਂਦੇ ਨੇ। ਅਸੀਂ ਉੱਥੇ ਪਰੇਡ ਦੇ ਉੱਤੇ ਗਏ ਹਾਂ, ਸਾਨੂੰ ਕੀ ਫਾਂਸੀ ਲੱਗੀ ਆ ਹੁਣ ਤੱਕ? ਵੱਧ ਤੋਂ ਵੱਧ ਇਹੀ ਹੈ ਨਾ, ਕਿਸੇ ਤੇ FIR ਹੋ ਜਾਏਗੀ, ਕੋਈ ਅੰਦਰ ਚਲੇ ਜਾਏਗਾ, ਜ਼ਮਾਨਤ ਕਰਾ ਕੇ ਬਾਹਰ ਆ ਜਾਏਗਾ, ਕੋਈ ਫਾਂਸੀ ਥੋੜੀ ਨਾ ਚੜ ਜਾਏਗਾ ਕੋਈ। ਸਾਨੂੰ ਤਾਂ ਦੇਖਣਾ ਪੈਣਾ ਹੈ ਕਿ ਦਬਕਾ ਸਰਕਾਰ ਦਾ ਅਸੀਂ ਨਹੀਂ ਝੱਲਦੇ, ਨਾ ਅਸੀਂ ਇਹਨਾਂ ਨੂੰ ਮੰਨਦੇ ਹਾਂ। ਅਸੀਂ ਇਹ ਗੱਲ ਨੂੰ ਮੰਨਦੇ ਹਾਂ ਵੀ ਅਸੀਂ ਆਪਣੀਆਂ ਗਲਤੀਆਂ ਨਾਲ ਗਲਤ ਲੋਕਾਂ ਨੂੰ ਸਰਕਾਰ ਦੇ ਵਿੱਚ ਬਿਠਾ ਲਿਆ ਤੇ ਹੁਣ ਉਹਨਾਂ ਨੂੰ ਲਾਉਣਾ ਹੈ, ਬਸ ਅਸੀਂ ਤਾਂ ਜਾਣਦੇ। ਅਸੀਂ ਦੇਖਿਆ ਤਾਂ ਕਰੋਨਾ ਉਦੋਂ ਵੀ ਫੈਲਿਆ ਹੋਇਆ ਸੀ ਜਦੋਂ ਇਹ 26 ਨਵੰਬਰ ਨੂੰ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਆਇਆ, ਤਾਂ ਅੱਜ ਵੀ ਇਹੀ ਗੱਲ ਕਹੀ ਜਾ ਰਹੀ ਹੈ, ਕਰੋਨਾ ਬਹੁਤ ਜ਼ਿਆਦਾ ਫੈਲ ਰਿਹਾ। ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਥਾਨਕ ਲੋਕ ਕਹਿ ਰਹੇ ਨੇ ਕਿ ਸਾਨੂੰ ਆਕਸੀਜਨ ਪਹੁੰਚਾਉਣ ਦੇ ਵਿੱਚ ਦਿੱਕਤ ਹੋ ਰਹੀ ਆ ਦਿੱਲੀ ਦੇ ਵਿੱਚ। ਇਸ ਬਾਰੇ ਕੀ ਕਹੋਗੇ? ਦੇਖੋ ਲੋਕਡਾਊਨ ਹਰ ਸਟੇਟ ਦੇ ਵਿੱਚ ਸਰਕਾਰਾਂ ਨੇ ਕੀਤਾ ਹੈ ਤੇ ਕਿਸਾਨਾਂ ਨੇ ਤੇ ਕਿਤੇ ਕੋਈ ਪੈਰਾ ਨਹੀਂ ਲਾਇਆ। ਕਿਸਾਨ ਤਾਂ ਆਪ ਕਿਸੇ ਮਰੀਜ਼ ਨੂੰ ਚੁੱਕ ਕੇ ਛੱਡ ਕੇ ਆਉਂਦੇ। ਅਸੀਂ ਜਿਨ੍ਹਾਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਉਹਨਾਂ ਦੀ ਆਕਸੀਜਨ ਰੋਕਾਂਗੇ? ਕਿਤੇ ਵੀ ਇੱਕ ਜਗ੍ਹਾ ਤੇ ਸਾਬਤ ਕਰ ਦੇਣ ਕਿ ਕਿਸੇ ਕਿਸਾਨ ਨੇ ਇੱਕ ਸਿਲੰਡਰ ਵੀ ਕਿਸੇ ਦਾ ਰੋਕਾ, ਸਗੋਂ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਿਹੜਾ ਹੈਗਾ ਲੈ ਜਾਓ ਭਾਈ ਤੁਸੀਂ। ਅਸੀਂ ਤਾਂ ਮੰਨਦੇ ਹੀ ਨਹੀਂ ਕਿ ਕਰੋਨਾ ਹੈਗੀ ਹੈ। ਅਸੀਂ ਕਹਿੰਦੇ ਜੇ ਥੋੜੀ ਬਹੁਤ ਬਿਮਾਰੀ ਹੈਗੀ ਹੈ, ਮਾੜੀ ਮੋਟੀ ਮਾਮੂਲੀ, ਜਦੋਂ ਚਰਮ ਸੀਮਾ ਤੇ ਸੀ ਉਦੋਂ ਅਸੀਂ ਇੱਥੇ ਆਏ ਤੇ ਕਰੋਨਾ ਗੁਜਰਾਤ ਭੱਜ ਗਿਆ। ਫਿਰ ਸਾਨੂੰ ਕਰੋਨਾ ਲੱਭਦੇ ਲੱਭਦੇ ਅਸੀਂ ਗੁਜਰਾਤ ਚਲੇ ਗਏ ਤੇ ਪਤਾ ਲੱਗਿਆ ਜੀ ਕਰੋਨਾ ਬਿਹਾਰ ਚਲਿਆ ਗਿਆ। ਅਸੀਂ ਬਿਹਾਰ ਗਏ, ਕਰੋਨਾ ਯੂਪੀ ਆ ਗਿਆ। ਅਸੀਂ ਯੂਪੀ ਆਏ, ਕਰੋਨਾ ਜਿਹੜਾ ਸੀ ਬੰਗਾਲ ਚਲਿਆ ਗਿਆ। ਅਸੀਂ ਬੰਗਾਲ ਗਏ, ਉਹ ਉੱਤਰਾਖੰਡ ਚ ਆ ਗਿਆ। ਅਸੀਂ ਉੱਤਰਾਖੰਡ ਗਏ ਆਏ ਪਰਸੋਂ ਚੌਥੇ ਤੇ ਕਰੋਨਾ ਦਿੱਲੀ ਜਾਣ ਵੜਿਆ। ਇਹ ਕਿੱਦਾਂ ਦੀ ਗੱਲ ਹੈ ਵੀ ਕਰੋਨਾ ਸਾਡੇ ਤੋਂ ਅੱਗੇ ਅੱਗੇ ਭੱਜਦਾ? ਉਹ ਕਿਹੜਾ ਕਰੋਨਾ ਜਿਹੜਾ ਕਿਸਾਨਾਂ ਨੂੰ ਵੇਖ ਕੇ ਦੌੜ ਰਿਹਾ? ਜੀ ਇਹ ਜਾਂ ਸਰਕਾਰ ਦੇ ਦਿਮਾਗ 'ਚ ਕਰੋਨਾ ਵੜਿਆ ਹੋਇਆ, ਅਸੀਂ ਤਾਂ ਇਹਨਾਂ ਦਾ ਦਿਮਾਗ ਦੇ ਵਿੱਚੋਂ ਇਲਾਜ ਕਰਨ ਆਏ ਹਾਂ। ਜੇਕਰ ਥੋੜਾ ਬਹੁਤ ਕਰੋਨਾ ਹੈ ਤੇ ਉਹਨੂੰ ਬਹਿਰਾਵਾ ਨਾ ਦਿਓ, ਉਹ ਤੁਸੀਂ ਆਪ ਕਰ ਰਹੇ ਹੋ। ਬੰਗਾਲ ਦੇ ਵਿੱਚ ਤੁਸੀਂ ਐਡੀਆਂ ਵੱਡੀਆਂ ਰੈਲੀਆਂ ਕੀਤੀਆਂ, ਉੱਥੇ ਤੇ ਕੋਈ ਕਰੋਨਾ ਨਹੀਂ ਆਉਂਦਾ ਤੇ ਕਿਸਾਨਾਂ ਵਾਲੀ ਕਰੋਨਾ ਆ ਜਾਂਦਾ, ਜਦ ਕਿ ਕਰੋਨਾ ਤੇ ਕਿਸਾਨਾਂ ਦੇ ਅੱਗੇ ਅੱਗੇ ਭੱਜ ਰਿਹਾ। ਮੈਂ ਕਹਿ ਰਿਹਾ ਕਿ ਕਰੋਨਾ ਸਾਡੇ ਤੋਂ ਅੱਗੇ ਭੱਜ ਰਿਹਾ ਔਰ ਸਾਬਤ ਕਰਕੇ ਵਿਖਾ ਰਹੇ ਅਸੀਂ ਜਦੋਂ ਆਏ ਸੀ ਉਦੋਂ ਚਰਮ ਸੀਮਾ ਤੇ ਕਰੋਨਾ ਸੀਗਾ ਪੂਰੇ ਦੇਸ਼ ਦੇ ਵਿੱਚ। ਔਰ ਮੈਂ ਦੇਸ਼ ਦੇ ਆਵਾਮ ਨੂੰ ਤੁਹਾਡੇ ਜਿਹੜੀ ਪੁੱਛਣਾ ਚਾਹੁੰਦਾ ਕਿ ਉਹਦੇ ਬਾਅਦ ਕਰੋਨਾ ਕਿੱਥੇ ਗਿਆ? ਜਦੋਂ ਅਸੀਂ ਧਰਨੇ ਤੇ ਆਏ ਕਰੋਨਾ ਦੌੜ ਗਿਆ ਇੱਥੋਂ। ਕਰੋਨਾ ਸੂ ਮੰਤਰ ਹੋ ਜਾਂਦਾ ਹੈ ਜਦੋਂ ਕਿਸਾਨ ਆ ਜਾਂਦਾ ਹੈ। ਇਹਦਾ ਮਤਲਬ ਇਹ ਆ ਕਿ ਕਰੋਨਾ ਨਹੀਂ ਹੈ, ਉਹ ਜੋ ਗਲਤ ਕਾਨੂੰਨ ਐਕਸਪੋਜ਼ ਕੀਤੇ ਗਏ ਨੇ, ਜੋ ਗਲਤ ਕਾਨੂੰਨ ਬਣਾਏ ਗਏ ਨੇ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕਰੋਨਾ ਦਾ ਬਹਾਨਾ ਕਰ ਰਹੇ ਨੇ ਔਰ ਉਹ ਨਹੀਂ ਕਰਨ ਦਿਆਂਗੇ। ਵਾਰਨ ਕਰਦਾ ਹੈ ਸਰਕਾਰ ਨੂੰ। ਅਮਰਜੀਤ ਸਿੰਘ ਜੀ, ਤੁਸੀਂ ਜਿਸ ਹਿਸਾਬ ਨਾਲ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਇਹ ਕਿਹਾ ਕਿ ਅਸੀਂ ਹਜੇ ਸੰਸਦ ਮਾਰਚ ਦਾ ਪਲਾਨ ਹੈ ਜਿਹੜਾ ਉਹ ਕੈਂਸਲ ਕਰਦੇ ਹਾਂ, ਤਾਂ ਤੁਸੀਂ ਵੀ ਨਿਰਾਸ਼ ਇਸ ਚੀਜ਼ ਤੋਂ? ਦੇਖੋ ਅਗਰ ਸਰਕਾਰ ਨੇ ਕਿਹਾ ਕਿ ਅਸੀਂ ਆਪਰੇਸ਼ਨ ਕਲੀਨ ਕਰਦੇ ਹਾਂ, ਹੈ ਨਾ ਜੀ, ਤੇ ਅਸੀਂ ਆਪਣਾ ਪ੍ਰੋਗਰਾਮ ਰੱਦ ਕਰ ਦਈਏ ਗਾੜੀਆਂ। ਸਰਕਾਰ ਨੇ ਤਾਂ ਦਬਕਾ ਮਾਰਿਆ ਕਿ ਅਸੀਂ ਆਪਰੇਸ਼ਨ ਕਲੀਨ ਕਰਾਂਗੇ। ਅਸੀਂ ਉਹਨਾਂ ਨੂੰ ਕੀ ਕਿਹਾ ਕਿ ਆ ਬਾਲ ਮੁਝੇ ਮਾਰ, ਕਿ ਆਓ ਸਾਡਾ ਆਪਰੇਸ਼ਨ ਕਲੀਨ ਕਰ ਦਿਓ ਗਾੜੀ। ਅਸੀਂ ਅਜੇ ਕੱਚੇ ਨਹੀਂ ਬੈਠੇ ਹੋਏ ਕਿ ਆਪਰੇਸ਼ਨ ਕਲੀਨ ਸਰਕਾਰ ਕਰਨਾ ਹੈ ਕਿ ਤਾਂ ਆਪਰੇਸ਼ਨ ਕਲੀਨ ਕਰਾਵਾਂਗੇ। ਅਸੀਂ ਉਹ ਤਾਂ ਕਹਿ ਰਹੇ ਵੈਕਸੀਨ ਕੈਂਪ ਵੀ ਲਵਾਵਾਂਗੇ, ਅਸੀਂ ਟੀਕੇ ਵੀ ਲਗਵਾਵਾਂਗੇ।
ਕਿਹਨੂੰ ਲਾਉਣਗੇ ਟੀਕੇ ਜੀ? ਸਾਨੂੰ ਤਾਂ ਕਰੋਨਾ ਹੈ ਹੀ ਨਹੀਂ, ਨਾ ਸਾਨੂੰ ਡਰ ਹੈ। ਕਰੋਨਾ ਦੀ ਕਰਾਂਗੇ। ਨਹੀਂ ਜੀ, ਸਾਨੂੰ ਤਾਂ ਕਰੋਨਾ ਹੈ ਨਹੀਂ, ਨਾ ਸਾਨੂੰ ਕਰੋਨਾ ਦਾ ਡਰ ਹੈ। ਅਸੀਂ ਤੇ ਕਰੋਨਾ ਦੇ ਟੀਕੇ ਲੱਗੇ ਹੋਏ ਬੰਦੇ ਮਰਦੇ ਦੇਖੇ ਨੇ, ਬਚਦਾ ਕੋਈ ਨਹੀਂ ਦੇਖਿਆ। ਤੇ ਸਾਨੂੰ ਤੇ ਇਹ ਸਾਖਿਆ ਵੀ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਦੋ ਚਾਰਾਂ ਨੂੰ ਮਾਰ ਕੇ ਕਹਿਣਾ ਚਾਹੁੰਦੇ ਨੇ ਵੀ ਕਰੋਨਾ ਨਾ ਮਰ ਗਏ। 350 ਤੋਂ ਵੱਧ ਕਿਸਾਨ ਸਾਡੇ ਸ਼ਹੀਦ ਹੋਏ ਨੇ, ਜਿਨ੍ਹਾਂ ਦਾ ਪ੍ਰੋਪਰ ਜਿਹੜਾ ਵਾ ਉਹ ਪੋਸਟਮਾਰਟਮ ਹੋਇਆ। ਅਜੇ ਤੱਕ ਇੱਕ ਵੀ ਕਿਸਾਨ ਇਹੋ ਜਿਹਾ ਨਹੀਂ ਹੈ ਜਿਹੜਾ ਕਰੋਨਾ ਨਾਲ ਮਰਿਆ ਹੋਵੇ। ਤੇ ਅਸੀਂ ਕਿੱਦਾਂ ਮੰਨ ਲਈਏ? ਅਸੀਂ ਨਹੀਂ ਮੰਨਦੇ ਕਰੋਨਾ ਨੂੰ। ਸਾਡੀ ਇਮਿਊਨਲ ਸ਼ਕਤੀ ਬਹੁਤ ਜ਼ਿਆਦਾ ਹੈ, ਕਿਉਂਕਿ ਅਸੀਂ ਹੱਥਾਂ ਨਾਲ ਕੰਮ ਕਰਦੇ ਹਾਂ, ਗਰਮੀ 'ਚ ਬੈਠੇ ਹੋਏ ਹਾਂ, ਗਰਾਊਂਡ 'ਚ ਬੈਠੇ ਹੋਏ ਹਾਂ, ਗਰਾਊਂਡ 'ਚ ਕੰਮ ਕਰਦੇ ਹਾਂ। ਅਸੀਂ ਕਿਸੇ ਏਸੀ ਥੱਲੇ ਨਹੀਂ ਰਹਿ ਰਹੇ। ਅਸੀਂ ਇਹਨਾਂ ਵਰਗੇ ਰਾਮਪ੍ਰਸਤ ਲੋਕ ਨਹੀਂ ਆ ਜਿਨ੍ਹਾਂ ਨੂੰ ਕਰੋਨਾ ਹੋ ਜਾਏਗੀ। ਕਰੋਨਾ ਬੇਈਮਾਨ ਦੁਸ਼ਟ ਆਦਮੀਆਂ ਨੂੰ ਹੁੰਦਾ ਹੈ, ਚੰਗੇ ਨੂੰ ਨਹੀਂ ਹੁੰਦਾ। ਕਰੋਨਾ ਦਾ ਪ੍ਰਮਾਤਮਾ ਨੇ ਆਪਣੇ ਆਪ ਦਾ ਲੋਹਾ ਮਨਾਉਣ ਵਾਸਤੇ ਕੀਤਾ ਹੈ ਕਿ ਇੱਕ ਇੰਨਾ ਜਿੰਨਾ ਸੂਖਮ ਜਿੰਨਾ ਜੀਵ ਹੈ ਜਿਹਨੂੰ ਸੰਭਾਲਣਾ ਔਖਾ ਹੋਇਆ ਪਿਆ ਹੈ। ਔਰ ਇਹ ਕਹਿੰਦੇ ਕਿ ਅਸੀਂ ਦੇਸ਼ ਸੰਭਾਲ ਲਾਂਗੇ ਪੂਰਾ। ਮੈਂ ਤਾਂ ਕਹਿੰਦਾ ਕਿ ਡੁੱਬ ਮਰ ਜਾਣਾ ਚਾਹੀਦਾ ਇਹੋ ਜੀ ਸਰਕਾਰ ਨੂੰ। ਔਰ ਅਸੀਂ ਨਹੀਂ ਮੰਨਦੇ, ਨਾ ਅਸੀਂ ਕਰੋਨਾ ਨੂੰ ਮੰਨਦੇ ਹਾਂ, ਨਾ ਅਸੀਂ ਸਰਕਾਰ ਨੂੰ ਮੰਨਦੇ ਹਾਂ, ਨਾ ਇਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਅਸੀਂ ਲੋਕਡਾਊਨ ਨੂੰ ਮੰਨਦੇ ਹਾਂ। ਬਿਨਾਂ ਲੋਕਡਾਊਨ ਤੋਂ ਇੱਥੋਂ ਤੱਕ ਆਏ ਹਾਂ, ਬੈਰੀਕੇਡ ਤੋੜ ਕੇ ਆਏ ਹਾਂ, ਬੈਰੀਕੇਡ ਤੋੜ ਕੇ ਜਾਵਾਂਗੇ। ਜਿਹੜਾ ਐਲਾਨ ਤੁਸੀਂ ਕਹਿ ਰਹੇ ਹੋ ਕਿ ਸੰਯੁਕਤ ਮੋਰਚਾ ਨੇ ਵਾਪਸ ਲੈ ਲਿਆ, ਸੰਯੁਕਤ ਮੋਰਚੇ ਨੇ ਲਿਆ, ਅਸੀਂ ਨਹੀਂ ਲਿਆ। ਤੇ ਅਸੀਂ ਜਾਵਾਂਗੇ, ਆਣਾ ਹੋਏਗਾ ਉਹਨਾਂ ਨੇ ਤੇ ਨਾਲ ਆ ਜਾਣ। ਬਹੁਤ ਚਿਰ ਉਹਨਾਂ ਨੂੰ ਫਾਲੋ ਕੀਤਾ ਹੈ, ਹੁਣ ਉਹਨਾਂ ਨੂੰ ਫਾਲੋ ਕਰਨਾ ਪਏਗਾ। ਔਰ ਇਹਨਾਂ ਨੂੰ ਕਾਨੂੰਨ ਕੈਂਸਲ ਕਰਾ ਕੇ ਵਿਖਾਵਾਂਗੇ। ਬਹੁਤ ਚਿਰ ਇਹਨਾਂ ਨਾਲ ਆਰਾਮ ਨਾਲ ਕੱਟ ਕੇ ਵੇਖੀਏ, ਹੁਣ ਅਸੀਂ ਕਰਕੇ ਵਿਖਾਵਾਂਗੇ ਕਿ ਕਿੱਦਾਂ ਕਾਨੂੰਨ ਦਾ। ਇੱਥੇ ਸੜਕਾਂ ਤੇ ਬੈਠਿਆ ਨਹੀਂ ਕੈਂਸਲ ਹੋਣੇ, ਪਾਰਲੀਮੈਂਟ ਘੇਰਨੀ ਪਊਗੀ, MP ਘੇਰਨੇ ਪੈਣਗੇ, ਸੰਸਦ ਮੈਂਬਰ ਘੇਰਨੇ ਪੈਣਗੇ। ਹੋ ਸਕਦਾ ਹੈ ਕਿ ਪਾਰਲੀਮੈਂਟ ਦੀ ਬਜਾਏ ਅਸੀਂ ਪ੍ਰਧਾਨ ਮੰਤਰੀ ਦਾ ਘਰ ਜਾ ਕੇ ਘੇਰੀਏ, ਅਸੀਂ ਅਮਿਤ ਸ਼ਾਹ ਨੂੰ ਜਾ ਕੇ ਘੇਰੀਏ। ਅਸੀਂ ਤੇ ਇਹ ਦੇਖਦੇ ਹਾਂ ਕਿ ਕਦੋਂ ਦਿੱਲੀ 'ਚ ਆਉਣ ਆਪਣੇ ਘਰ 'ਚ। ਜਿੱਦਣ ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਮੋਦੀ ਆਪਣੇ ਇੱਥੇ ਦਿੱਲੀ ਦੇ ਵਿੱਚ ਆਪਣੇ ਘਰ 'ਚ ਆ ਗਿਆ, ਇਹ ਰਾਸ਼ਟਰੀ ਕਿਸਾਨ ਸੰਗਠਨ ਦਾ ਪ੍ਰਧਾਨ ਅਮਰਜੀਤ ਸਿੰਘ ਉਦੋਵਾਲ ਕਹਿ ਰਿਹਾ, ਉਸੇ ਦਿਨ ਉਹਦਾ ਘਰ ਘੇਰ ਲਾਂਗੇ ਜਾ ਕੇ। ਸਾਡਾ ਟਾਰਗੇਟ ਅਮਿਤ ਸ਼ਾਹ ਹੈ, ਪ੍ਰਧਾਨ ਮੰਤਰੀ ਹੈ। ਸਾਡਾ ਟਾਰਗੇਟ ਪਾਰਲੀਮੈਂਟ ਵੀ ਨਹੀਂ ਹੈ, ਅਸੀਂ ਘੇਰਨਾ ਉਹਨਾਂ ਨੂੰ ਹੈ। ਸਾਡਾ ਮਕਸਦ ਉਹਨਾਂ ਨੂੰ ਘੇਰਨਾ ਹੈ, ਉਹਨਾਂ ਦੇ ਘਰ ਨੂੰ ਜੇਲ੍ਹ 'ਚ ਬਣਾਵਾਂਗੇ ਔਰ ਇੰਨਾ ਤੰਗ ਕਰਾਂਗੇ ਕਿ ਦੱਸਾਂਗੇ ਕਿ ਆਪਰੇਸ਼ਨ ਕਲੀਨ ਕੀ ਹੁੰਦਾ ਹੈ ਔਰ ਕਿਵੇਂ ਕੀਤਾ ਜਾਂਦਾ ਹੈ। ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਮਿਤ ਸ਼ਾਹ ਦਾ ਜਿਹੜਾ ਘਿਰਾਓ ਕਰਾਂਗੇ, ਨਾਲ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਦੀ ਵੀ ਤੁਸੀਂ ਗੱਲ ਕਰ ਰਹੇ, ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਤੁਸੀਂ ਜੇ ਇਕੱਲੇ ਆਪ ਜਾ ਕੇ ਇਦਾਂ ਦਾ ਕੰਮ ਕਰੋਗੇ ਤਾਂ ਸਰਕਾਰ ਵੱਲੋਂ ਵੀ ਕਾਰਵਾਈ ਕਰਨ ਲਈ ਤਿਆਰ ਬੈਠੇ ਨੇ, ਉਹ ਵੀ ਤੁਹਾਡੇ ਤੇ ਕੋਈ FIR ਪਾ ਸਕਦੇ ਨੇ? FIR ਨਹੀਂ ਜੀ, ਉਹ ਤਾਂ ਤੋਪ ਵੀਰ ਲੈਣ, ਗੋਲੀ ਚਲਾਉਣ ਸਾਡੇ ਤੇ। ਅਸੀਂ ਮਾਰ ਕੇ ਆਏ ਹੋਏ ਹਾਂ, ਆਪਣੇ ਆਪ ਨੂੰ ਕਫਨ ਬੰਨ੍ਹ ਕੇ ਆਏ ਹੋਏ ਹਾਂ। ਅਸੀਂ ਆਪਣੇ ਘਰਾਂ 'ਚ ਕਹਿ ਕੇ ਆਏ ਹੋਏ ਹਾਂ, ਜਾਂ ਤਾਂ ਖਬਰ ਖਾਸ ਆਊਗੀ ਜਾਂ ਸਾਡੀ ਲਾਸ ਆਊਗੀ। ਇੱਥੇ ਸਾਡੇ ਵਾਸਤੇ ਤਾਂ ਅਸੀਂ ਡੂ ਐਂਡ ਡਾਈ ਵਾਲਾ ਕੰਮ ਹੈ। ਅਸੀਂ ਕਿਹਦੇ ਗੱਲ ਤੋਂ ਡਰਦੇ ਹਾਂ? FIR ਦਾ ਸਾਨੂੰ ਕੀ ਡਰ ਹੈ ਜਦੋਂ ਸਭ ਤੋਂ ਵੱਡਾ ਡਰ ਹੁੰਦਾ ਹੈ ਜਾਨ ਹੈ ਤਾਂ ਜਹਾਨ ਹੈ। ਜਦ ਅਸੀਂ ਆਪਣੇ ਆਪ ਨੂੰ ਖਤਮ ਕਰ ਲਿਆ ਕਿ ਅਸੀਂ ਮਰ ਚੁੱਕੇ ਹਾਂ, ਸਾਨੂੰ ਕੋਈ ਪਰਵਾਹ ਨਹੀਂ ਹੈ। ਅਸੀਂ ਜਦੋਂ ਬੈਰੀਕੇਡ 26 ਜਨਵਰੀ ਨੂੰ ਤੋੜੇ ਸੀ ਤਾਂ ਅਸੀਂ ਕਿਸੇ ਕੋਲੋਂ ਨਹੀਂ ਤਰਵਾਏ, ਆਪ ਖੜੇ ਸੀ ਜਾ ਕੇ। ਅਸੀਂ ਇਹ ਨਹੀਂ ਕਿਹਾ ਕਿਸੇ ਮਾਂ ਦੇ ਪੁੱਤ ਨੂੰ ਜਾ ਕੇ ਬੈਰੀਕੇਡ ਤੋੜ ਦਿਓ, ਅਸੀਂ ਆਪ ਖੜੇ ਸੀ, ਆਪ ਕਿਹਾ ਸੀ ਪੁਲਿਸ ਨੂੰ ਵੀ ਪਿੱਛੇ ਹਟ ਜਾਓ, ਅਸੀਂ ਤੋੜਾਂਗੇ, ਸਾਡਾ ਐਲਾਨ ਹੈ, ਅਸੀਂ ਜਾਣਾ। ਅਸੀਂ ਹੁਣ ਵੀ ਕਹਿੰਦੇ ਹਾਂ ਸਾਡਾ ਐਲਾਨ ਹੈ, ਅਸੀਂ ਜਾਣਾ। ਹਾਲਾਂਕਿ ਉਦੋਂ ਵੀ ਐਲਾਨ ਸਾਡਾ ਨਹੀਂ ਸੀ, ਹੁਣ ਵੀ ਐਲਾਨ ਸਾਡਾ ਨਹੀਂ ਹੈ। ਉਦੋਂ ਵੀ ਐਲਾਨ ਸੰਯੁਕਤ ਮੋਰਚੇ ਦਾ ਸੀ, ਪੂਰਾ ਅਸੀਂ ਕੀਤਾ ਸੀ। ਹੁਣ ਵੀ ਐਲਾਨ ਸੰਯੁਕਤ ਮੋਰਚੇ ਦਾ ਪੂਰਾ ਅਸੀਂ ਕਰਾਂਗੇ। ਅਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਹੈਗੇ ਆ ਤਾਂ ਅਸੀਂ ਇੱਥੇ ਕਰੋਨਾ ਟੈਸਟ ਕਰਾਂਗੇ। ਹਰਿਆਣਾ ਸਰਕਾਰ ਨਹੀਂ, ਮੈਂ ਤਾਂ ਪਹਿਲਾਂ ਹੀ ਕਿਹਾ, ਸੈਂਟਰ ਸਰਕਾਰ ਦੇ ਦਿਮਾਗ 'ਚ ਜਿਹੜਾ ਕਰੋਨਾ ਵੜਿਆ ਹੋਇਆ ਹੈ, ਹਰਿਆਣਾ ਸਰਕਾਰ ਦੇ ਇਕੱਲੇ ਦੇ ਨਹੀਂ ਹੈ। ਖੱਟਰ ਨੂੰ ਤੇ ਆਪਣਾ ਟੈਸਟ ਕਰਾ ਲੈਣਾ ਚਾਹੀਦਾ ਮੇਰੇ ਹਿਸਾਬ ਨਾਲ। ਤੇ ਇਹਨਾਂ ਨੂੰ ਮੈਂਟਲ ਹਸਪੀਟਲ ਜਾ ਕੇ ਆਪਣਾ ਇਲਾਜ ਕਰਾਉਣਾ ਚਾਹੀਦਾ। ਕਿਹੜੇ ਕਿਸਾਨਾਂ ਦਾ ਤੁਸੀਂ ਭਲਾ ਕਰੋਗੇ ਜਿਨ੍ਹਾਂ ਨੂੰ ਸੜਕਾਂ ਤੇ ਬਿਠਾਇਆ ਹੋਇਆ? ਮੈਂ ਤਾਂ ਇਹ ਗੱਲ ਕਹਿੰਦਾ, ਕਿਸੇ ਨੇ ਇੱਕ ਪੋਸਟ ਪਾਈ ਹੋਈ ਸੀ ਫੇਸਬੁੱਕ ਤੇ, ਮੈਂ ਤੁਹਾਨੂੰ ਵਧਾਈ ਦਾ ਪਾਤਰ ਦਿੰਦਾ ਵੀ ਵੀਰ ਤੂੰ ਬਿਲਕੁਲ ਸਹੀ ਕਿਹਾ। ਉਹਨੇ ਪੋਸਟ ਪਾਈ ਹੋਈ ਸੀ, ਪ੍ਰਧਾਨ ਮੰਤਰੀ ਕਹਿੰਦਾ ਘਰਾਂ ਤੋਂ ਬਾਹਰ ਨਾ ਨਿਕਲੋ, ਮੈਂ ਤੁਹਾਨੂੰ ਆਪੇ ਹੀ ਘਰਾਂ ਤੋਂ ਬਾਹਰ ਰੋਡਾਂ ਤੇ ਲੈ ਆਵਾਂਗਾ। ਲੈ ਤੇ ਆਂਦਾ, ਹੋਰ ਇਹਨੇ ਭਲਾ ਕੀ ਕਰਨਾ? ਸੜਕਾਂ ਤੇ ਬਿਠਾਤਾ ਪੂਰਾ ਦੇਸ਼ ਲਿਆ ਕੇ, ਹੋਰ ਇਹ ਤੋਂ ਵੱਧ ਭਲਾ ਕੀ ਕਰੇਗਾ ਇਹ? ਬਹੁਤ ਬਹੁਤ ਧੰਨਵਾਦ ਅਮਰਜੀਤ ਸਿੰਘ ਜੀ। ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਸੰਸਦ ਮਾਰਚ ਘੇਰਨ ਦਾ, ਤਾਂ ਉੱਥੇ ਹੀ ਜਿੱਥੇ ਪੋਸਟਪੋਨ ਕੀਤਾ ਤਾਂ ਅਮਰਜੀਤ ਸਿੰਘ ਉਦੋਵਾਲੀ ਵੀ ਕਹਿ ਰਹੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਕਵਾਂਗੇ ਤੇ ਦੁਬਾਰਾ ਵਿਚਾਰ ਚਰਚਾ ਕੀਤੀ ਜਾਵੇ। ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮੰਤਰੀਆਂ ਦਾ ਵੀ ਘਿਰਾਓ ਕਰਾਂਗੇ। ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਕਰੋਨਾ ਟੈਸਟ ਕਰਨੇ, ਤਾਂ ਉਹਨਾਂ ਦਾ ਵੀ ਇਹਨਾਂ ਨੇ ਜਵਾਬ ਦਿੱਤਾ ਹੈ ਕਿ ਕਿਸੇ ਦਾ ਵੀ ਇੱਥੇ ਟੈਸਟ ਹੈ ਜਿਹੜਾ ਉਹ ਨਹੀਂ ਹੋਣ ਦਿੱਤਾ ਜਾਊਗਾ, ਨਾ ਹੀ ਵੈਕਸੀਨ ਟੀਕੇ ਜਿਹੜੇ ਉਹ ਲੱਗਣ ਦਿੱਤੇ ਜਾਣਗੇ। ਸੋ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।